ਹੈਲੋ ਫਰੈਂड्स ਵੈਲਕਮ ਟੂ ਰਾਈਟ ਟੂ ਐਜੂਕੇਸ਼ਨ। ਮੈਂ ਗੁਰਵਿੰਦਰ ਸਿੰਘ। ਸੋ ਅੱਜ ਦੀ ਇਹ ਵੀਡੀਓ ਬਹੁਤ ਇੰਪੋਰਟੈਂਟ ਰਹਿਣ ਵਾਲੀ ਹੈ। ਇਸ ਵੀਡੀਓ ਦੇ ਵਿੱਚ ਮੈਂ ਸਟੂਡੈਂਟਸ ਦੁਆਰਾ ਜੋ ਪੁੱਛੇ ਗਏ ਡਾਊਟਸ ਨੇ ਉਹਨਾਂ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰੂੰਗਾ। ਸੋ ਸਭ ਤੋਂ ਪਹਿਲਾਂ ਦੇਖੋ, ਜੋ ਸਟੂਡੈਂਟ ਦੇ ਕਾਮਨ ਡਾਊਟ ਨੇ ਉਹਨਾਂ ਵਿੱਚੋਂ ਜਿਵੇਂ ਕਿ ਜੋ ਜ਼ਿਆਦਾਤਰ ਸਟੂਡੈਂਟਸ ਨੇ ਉਹਨਾਂ ਦੇ ਸਰਟੀਫਿਕੇਟ ਜੋ ਨੇ ਜੋ ਨੋਟੀਫਿਕੇਸ਼ਨ ਤੋਂ ਬਾਅਦ ਦੇ ਨੇ, ਠੀਕ ਹੈ। ਇੱਕ ਤਾਂ ਡਾਊਟ ਬਹੁਤ ਜ਼ਿਆਦਾ ਹੈ। ਦੂਜਾ, ਕੁਝ ਸਟੂਡੈਂਟ ਕਹਿ ਰਹੇ ਨੇ ਕਿ ਉਹ ਕੰਪਿਊਟਰ ਸਾਇੰਸ ਦੀ ਡਿਗਰੀ ਉਹਨਾਂ ਨੇ ਕੀਤੀ ਹੋਈ ਹੈ, ਜੀ BCA ਹੈ ਜਾਂ ਇਨਫੋਰਮੇਸ਼ਨ ਟੈਕਨੋਲੋਜੀ 'ਚ ਇੰਜੀਨੀਅਰਿੰਗ ਕੀਤੀ, ਕੰਪਿਊਟਰ ਸਾਇੰਸ 'ਚ ਇੰਜੀਨੀਅਰਿੰਗ ਕੀਤੀ ਹੈ, ਕਿ ਉਹਨਾਂ ਨੂੰ ਵੀ ISO ਸਰਟੀਫਾਈਡ ਸਰਟੀਫਿਕੇਟ ਬਣਵਾਉਣ ਦੀ ਜ਼ਰੂਰਤ ਹੈ। ਜਾਂ ਫਿਰ ਜਿਨ੍ਹਾਂ ਦਾ BC ਦਾ ਸਰਟੀਫਿਕੇਟ ਹੈ ਉਹ ਪੁਰਾਣਾ ਹੈ, ਡੋਮੀਸਾਈਲ ਪੁਰਾਣਾ ਹੈ ਜਾਂ ਨਵਾਂ ਹੈ, ਇੱਦਾਂ ਦੇ ਡਾਊਟ ਬਹੁਤ ਸਾਰੇ ਆ ਰਹੇ ਨੇ। ਹੁਣ ਦੇਖੋ, ਇਹਨਾਂ ਨੂੰ ਕਲੀਅਰ ਕਰਨ ਲਈ ਪਹਿਲਾਂ ਸਾਨੂੰ ਕੁਝ ਚੀਜ਼ਾਂ ਸਮਝਣੀਆਂ ਪੈਣਗੀਆਂ। ਸੋ ਦੇਖੋ, ਨੋਟੀਫਿਕੇਸ਼ਨ ਦੇ ਵਿੱਚ ਦੱਸਿਆ ਗਿਆ ਕਿ ਤੁਹਾਡੇ ਜਿਹੜੇ ਡਾਕੂਮੈਂਟਸ ਨੇ ਉਹ ਸਟ੍ਰਿਕਟਲੀ ਦੱਸਿਆ ਗਿਆ ਕਿ ਉਹ ਅਪਲਾਈ ਕਰਨ ਦੇ ਜਾਂ ਨੋਟੀਫਿਕੇਸ਼ਨ ਤੋਂ ਪਹਿਲਾਂ ਦੇ ਹੋਣੇ ਚਾਹੀਦੇ ਨੇ, ਠੀਕ ਹੈ ਨਾ। ਇੱਕ ਤਾਂ ਪੁਆਇੰਟ ਤੁਸੀਂ ਧਿਆਨ ਰੱਖਣਾ। ਸੋ ਦੇਖੋ, ਇੰਪੋਰਟੈਂਟ ਪੁਆਇੰਟ ਤਾਂ ਇਹ ਹੈ ਕਿ ਜਦ ਬੋਰਡ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਤਾਂ ਉਸ ਨੋਟੀਫਿਕੇਸ਼ਨ ਦੇ ਵਿੱਚ ਇਹ ਲਿਖਿਆ ਪਿਆ, ਉਸ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਹੋਇਆ ਕਿ ਜਿੰਨੇ ਵੀ ਤੁਹਾਡੇ ਡਾਕੂਮੈਂਟਸ ਨੇ ਉਹ ਨੋਟੀਫਿਕੇਸ਼ਨ ਦੀ ਰਿਲੀਜ਼ ਤੋਂ ਪਹਿਲਾਂ ਦੇ ਹੋਣੇ ਚਾਹੀਦੇ ਆ, ਮਤਲਬ ਨੋਟੀਫਿਕੇਸ਼ਨ ਤੋਂ ਪਹਿਲਾਂ ਦੇ ਹੋਣੇ ਚਾਹੀਦੇ ਆ। ਹੁਣ ਦੇਖੋ, ਅਸੀਂ ਕੀ ਕਰਦੇ ਹਾਂ, ਜ਼ਿਆਦਾਤਰ ਜਿੰਨੇ ਵੀ ਫਾਰਮ ਅਪਲਾਈ ਕਰਦੇ ਹਾਂ, ਬਹੁਤ ਸਾਰੇ ਸਟੂਡੈਂਟਸ ਕੈਫੇ ਵਾਲੇ ਨੂੰ ਜਾ ਕੇ ਪੈਸੇ ਦੇ ਦਿੰਦੇ ਤੇ ਕਹਿ ਦਿੰਦੇ ਮੇਰੇ ਬਿਹਾਫ 'ਤੇ ਫਾਰਮ ਫਿਲ ਕਰ ਦਿਓ। ਸੋ ਸਭ ਤੋਂ ਪਹਿਲੀ ਆਹ ਬੜੀ ਵੱਡੀ ਗਲਤੀ ਤੁਸੀਂ ਕਰ ਦਿੰਦੇ ਹੋ ਕਿ ਤੁਸੀਂ ਨੋਟੀਫਿਕੇਸ਼ਨ ਨੂੰ ਰੀਡ ਨਹੀਂ ਕਰਦੇ, ਬਸ ਇੰਨੀ ਦੇ ਪਟਵਾਰੀ ਦੀ ਨੌਕਰੀ ਨਿਕਲੀ ਭਰ ਦਿਓ, ਠੀਕ ਹੈ ਨਾ। ਕੈਫੇ ਵਾਲੇ ਨੂੰ ਫੀਸ ਦੇ ਜਾਂਦੇ ਆ, ਇਹ ਇਸ਼ੂ ਰਹਿ ਜਾਂਦਾ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਬਲਮ ਰਹਿੰਦੇ ਆ। ਹੁਣ ਦੂਜੀ ਗੱਲ, ਜਿਹੜੇ ਕੈਟੇਗਰੀ ਵਾਲੇ ਸਟੂਡੈਂਟਸ ਹੁੰਦੇ ਨੇ ਉਹਨਾਂ ਨੂੰ ਬਹੁਤ ਘੱਟ ਪਤਾ ਹੁੰਦਾ ਕਿ ਇੱਕ ਡੋਮੀਸਾਈਲ ਸਰਟੀਫਿਕੇਟ ਦੀ ਵੀ ਨੀਡ ਹੁੰਦੀ ਆ। ਪਹਿਲੀ ਗੱਲ, ਇਹਦੀ ਨੀਡ ਕਿਉਂ ਹੁੰਦੀ ਹੈ ਕਿ ਜਿਵੇਂ ਸਟੇਟ ਗੌਰਮੈਂਟ ਨੇ ਕੁਝ ਕਾਸਟ ਰੱਖੀਆਂ ਹੁੰਦੀਆਂ ਕਿ ਜਿਨ੍ਹਾਂ ਨੂੰ ਆਪਾਂ ਰਿਜ਼ਰਵੇਸ਼ਨ ਦੇਣੀ ਹੈ, ਅਤੇ ਉਹਦੇ ਵਿੱਚ ਇਹ ਵੀ ਦੱਸਿਆ ਜਾਂਦਾ ਹੈ ਜੋ ਸਟੇਟ ਤੋਂ ਬਾਹਰ ਦੇ ਨੇ ਉਹਨਾਂ ਦੀ ਕੋਈ ਵੀ ਰਿਜ਼ਰਵੇਸ਼ਨ ਇਨਕਲੂਡ ਨਹੀਂ ਕੀਤੀ ਜਾਏਗੀ, ਉਹਨਾਂ ਨੂੰ ਐਜ਼ ਅ ਜਰਨਲ ਕੈਟੇਗਰੀ ਦਾ ਕੈਂਡੀਡੇਟ ਮੰਨਿਆ ਜਾਏਗਾ, ਠੀਕ ਹੈ। ਹੁਣ ਜੇ ਤੁਹਾਨੂੰ ਰਿਜ਼ਰਵੇਸ਼ਨ ਲੈਣੀ ਹੈ ਤੁਸੀਂ ਉਸ ਸਟੇਟ ਦੇ ਹੋਣੇ ਜ਼ਰੂਰੀ ਹੋ। ਹੁਣ ਜੇ ਸਟੇਟ ਦੇ ਹੋਣੇ ਜ਼ਰੂਰੀ ਹੋ ਸੋ ਤੁਹਾਨੂੰ ਪ੍ਰੂਫ ਦੇਣਾ ਪਏਗਾ ਉਸ ਸਟੇਟ ਦਾ। ਸੋ ਦੇਖੋ, ਪ੍ਰੂਫ ਦੇ ਤੌਰ 'ਤੇ ਆਧਾਰ ਕਾਰਡ, ਬਾਕੀ ਸਾਰੇ ਪ੍ਰੂਫ ਵੀ ਹੁੰਦੇ ਨੇ, ਬਟ ਉਹਨਾਂ ਨੇ ਸਪੈਸ਼ਲੀ ਡੋਮੀਸਾਈਲ ਸਰਟੀਫਿਕੇਟ ਵੀ ਮੰਗਿਆ, ਜੋ ਕਿ ਤੁਸੀਂ ਦੇਖੋ ਆਪਣੀ ਜੋ ਸਾਂਝ ਸੁਵਿਧਾ ਕੇਂਦਰ ਹੁੰਦੇ ਨੇ ਇੱਥੇ ਬਣ ਜਾਂਦੇ ਹੁੰਦੇ ਨੇ। ਸੋ ਇੱਥੇ ਜਾ ਕੇ ਵੀ ਬਣਵਾਏ ਜਾ ਸਕਦੇ ਆ। ਹੁਣ ਆਪਾਂ ਉੱਥੇ ਬਹਿਸ ਨਹੀਂ ਕਰ ਸਕਦੇ ਕਿ ਸਰ ਆਧਾਰ ਕਾਰਡ ਵੀ ਤਾਂ ਇੱਕ ਡੋਮੀਸਾਈਲ ਸਰਟੀਫਿਕੇਟ ਦਾ ਐਗਜ਼ਾਮਪਲ ਹੈ। ਇਹ ਉਹਨਾਂ ਦਾ ਰਿਲੈਕਸੇਸ਼ਨ ਹੋਊਗਾ ਕਿ ਉਹ ਮੰਨਦੇ ਨੇ ਕਿ ਕੀ ਇਹ ਆਧਾਰ ਕਾਰਡ ਆਪਾਂ ਇਨਕਲੂਡ ਕਰਨਾ ਹੈ, ਮੰਨਣਾ ਹੈ ਜਾਂ ਨਹੀਂ ਮੰਨਣਾ। ਹੁਣ ਦੇਖੋ, ਪਹਿਲੀ ਗੱਲ ਸਮਝੋ, ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਹੁੰਦੀ ਹੈ ਨਾ, ਇੱਕ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਕਰ ਦਿੱਤੀ ਜਾਂਦੀ ਹੈ, ਕੋਈ ਪ੍ਰੈਸ਼ਰ ਨਹੀਂ ਪਾਇਆ ਜਾਂਦਾ ਸਟੂਡੈਂਟਸ ਦੇ ਉੱਤੇ। ਹਾਲੇ ਤੱਕ ਮੈਂ ਜਿੰਨੇ ਵੀ ਡਾਕੂਮੈਂਟ ਵੈਰੀਫਿਕੇਸ਼ਨ ਆਪਣਾ ਵੀ ਐਕਸਪੀਰੀਅੰਸ ਦੇ ਨਾਲ ਦੱਸ ਦਿੰਦਾ, ਕਦੀ ਵੀ ਕੋਈ ਟੈਨਸ਼ਨ ਨਹੀਂ ਪਾਉਂਦੇ, ਠੀਕ ਹੈ। ਬੋਰਡ ਵਾਲੇ ਕਦੇ ਵੀ ਸਟੂਡੈਂਟ ਦੇ ਉੱਤੇ ਪ੍ਰੈਸ਼ਰ ਨਹੀਂ ਪਾਉਂਦੇ। ਉਹਨਾਂ ਨੇ ਕੀ ਕਹਿਣਾ, ਜੇ ਆਹ ਡਾਕੂਮੈਂਟ ਨਹੀਂ ਕੰਪਲੀਟ ਹਫਤੇ ਦੇ ਵਿੱਚ ਤੁਸੀਂ ਪੇਸ਼ ਕਰੋ, ਠੀਕ ਹੈ। ਇੱਦਾਂ ਦਾ ਹਮੇਸ਼ਾ ਹੁੰਦਾ, ਜਿੰਨੇ ਵੀ ਮੈਂ ਡਾਕੂਮੈਂਟ ਵੈਰੀਫਿਕੇਸ਼ਨ ਕੀਤੀ ਹੈ ਜਾਂ ਦਿੱਤੀ ਹੈ ਉਹਦੇ ਵਿੱਚ ਇਹੀ ਚੀਜ਼ ਹੁੰਦੀ ਹੈ, ਉਹ ਟਾਈਮ ਦੇ ਦਿੰਦੇ ਕਿ ਇੰਨੇ ਸਮੇਂ ਤੱਕ ਤੁਸੀਂ ਪੇਸ਼ ਕਰੋ ਡਾਕੂਮੈਂਟਸ, ਠੀਕ ਹੈ। ਸੋ ਇੱਥੋਂ ਦੀ ਤੁਹਾਨੂੰ ਇੱਕ ਹਿੰਟ ਮਿਲਦਾ ਕਿ ਥੋੜ੍ਹਾ ਰਿਲੈਕਸ ਹੁੰਦਾ ਬੋਰਡ। ਸੋ ਦੂਜੀ ਗੱਲ ਇਹ ਹੈ ਕਿ ਤੁਸੀਂ ਸਾਰੇ ਪੇਪਰ ਕਲੀਅਰ ਕਰਕੇ ਗਏ ਅਤੇ ਉਹਦੇ ਬਹੁਤ ਜ਼ਿਆਦਾ ਮੈਜੋਰਟੀ ਦੇ ਵਿੱਚ, ਹੁਣ ਜੇ ਕੈਟੇਗਰੀ ਦੀ ਗੱਲ ਕਰਾਂ, 50% ਤੋਂ ਜ਼ਿਆਦਾਤਰ ਬੱਚੇ ਇੱਦਾਂ ਦੇ ਹੀ ਆ ਰਹੇ ਨੇ। ਇੰਨੇ ਸਾਰੇ ਮੈਸੇजेस ਆਉਂਦੇ ਆ ਕਿ ਸਰ ਸਾਡੇ ਜਿਹੜੇ ਸਰਟੀਫਿਕੇਟ ਹੈ ਨੋਟੀਫਿਕੇਸ਼ਨ ਤੋਂ ਬਾਅਦ ਵਾਲੇ ਆ, ਸੋ ਅਸੀਂ ਬਣਵਾਈਏ ਜਾਂ ਨਾ ਬਣਵਾਈਏ, ਇੱਕ ਇਹ ਵੀ ਬੜਾ ਆਉਂਦਾ। ਸੋ ਇੱਥੇ ਇੱਕ ਪੁਆਇੰਟ ਤੁਸੀਂ ਧਿਆਨ ਰੱਖੋ ਕਿ ਜੇ ਤੁਹਾਡਾ ਨਹੀਂ ਸੀਗਾ ਤਾਂ ਪਹਿਲਾਂ ਤਾਂ ਬਣਵਾ ਲਓ, ਠੀਕ ਹੈ। ਡੋਮੀਸਾਈਲ ਜੇ ਹੈ ਹੀ ਨਹੀਂ ਤਾਂ ਉਹਨੂੰ ਬਣਵਾ ਲਓ। ਸੋ ਨਾਲੋਂ ਚੰਗਾ ਹੈਗਾ ਤਾਂ ਹੈ ਨਾ, ਤੁਸੀਂ ਪ੍ਰੂਵ ਤਾਂ ਕਰ ਰਹੇ ਹੋ ਕਿ ਤੁਸੀਂ 5 ਸਾਲਾਂ ਤੋਂ ਇੱਥੇ ਰਹਿ ਰਹੇ ਹੋ। ਜੇ ਪ੍ਰੂਵ ਕਰਤਾ, ਉਹਨੂੰ ਬਣਿਆ ਵੀ ਤਾਂ ਦੇਖੋ ਪਟਵਾਰੀ ਤੋਂ ਸਾਈਨ ਕਰਵਾਏ ਹੋਣਗੇ, ਤਹਿਸੀਲਦਾਰ ਦੇ ਸਾਈਨ ਹੋਏ ਹੋਣਗੇ, ਉੱਥੋਂ ਪ੍ਰੂਵ ਤਾਂ ਹੋ ਗਿਆ ਨਾ ਕਿ ਤੁਸੀਂ 5 ਸਾਲਾਂ ਤੋਂ ਇੱਥੇ ਹੋ, ਠੀਕ ਹੈ। ਸੋ ਉਹਨਾਂ ਨੇ ਕਿਹਾ ਜ਼ਰੂਰ ਹੈ ਕਿ ਪੁਰਾਣਾ ਹੋਣਾ ਚਾਹੀਦਾ, ਠੀਕ ਹੈ ਨਾ। ਸੋ ਇਹੀ ਚੀਜ਼ ਹੈ ਕਿ ਤੁਸੀਂ ਹੁਣ ਬਣਵਾ ਲਓ। ਸੋ ਉਹ ਡਾਕੂਮੈਂਟ ਨੂੰ ਚੈੱਕ ਕਰਨਾ ਉਹ ਬੋਰਡ ਦੇ ਉੱਤੇ ਹੈ, ਤੁਸੀਂ ਆਪਣੇ ਵੱਲੋਂ ਪੂਰੀ ਤਿਆਰੀ ਰੱਖੋ। ਅਤੇ ISO ਸਰਟੀਫਿਕੇਟ, ISO ਜਿਹੜਾ ਸਰਟੀਫਾਈਡ ਹੋਣਾ ਚਾਹੀਦਾ 9001, ਉਹ ਤਾਂ ਸਟ੍ਰਿਕਟਲੀ ਹੈ ਕਿ ਤੁਸੀਂ ਪੁਰਾਣਾ ਤੁਹਾਡੇ ਕੋਲ ਹੋਣਾ ਚਾਹੀਦਾ, ਠੀਕ ਹੈ ਜੀ। ਅਤੇ ਵੇਅਰ ਐਜ਼ ਹੁਣ ਜਿਹੜੇ ਸਟੂਡੈਂਟਸ ਦਾ ਡਾਊਟ ਸੀਗਾ ਕਿ ਕੰਪਿਊਟਰ ਸਾਇੰਸ ਕੀਤੀ ਆ, IT ਕੀਤੀ ਆ, ਇੰਜੀਨੀਅਰਿੰਗ ਕੀਤੀ ਇਹਨਾਂ ਦੇ ਵਿੱਚ, ਸੋ ਉਹਨਾਂ ਨੂੰ ISO ਸਰਟੀਫਿਕੇਟ ਬਣਾਉਣ ਦੀ ਜ਼ਰੂਰਤ ਹੈ। ਸੋ ਮੇਰੇ ਵੱਲੋਂ ਬਣਵਾ ਕੇ ਰੱਖੋ, ਠੀਕ ਹੈ ਨਾ। ਬੋਰਡ ਨਹੀਂ ਕਿਸੇ ਪੇਪਰ ਦੇ ਵਿੱਚ ਜਿਨ੍ਹਾਂ ਦੇ ਵਿੱਚ ਵੀ ਆਹ ਚੀਜ਼ਾਂ ਹੁੰਦੀਆਂ ਨੇ ਰਿਕੁਆਇਰਮੈਂਟ, ਉੱਥੇ ਨਹੀਂ ਮੰਗਦੇ ਹੁੰਦੇ, ਸਟੂਡੈਂਟਸ ਨੂੰ ਰਿਲੈਕਸੇਸ਼ਨ ਦਿੱਤੀ ਜਾਂਦੀ, ਬਟ ਨਹੀਂ ਕਿਹਾ ਗਿਆ। ਸੋ ਇਸ ਲਈ ਲਓ, ਠੀਕ ਹੈ ਨਾ। ਸੋ ਇਸ ਲਈ ਹੋਣਾ ਚਾਹੀਦਾ ਤੁਹਾਡੇ ਕੋਲ। ਸੋ ਇਸ ਲਈ ਜਿਹੜੇ ਸਟੂਡੈਂਟ IT ਵਾਲੇ ਬੈਕਗਰਾਊਂਡ ਨੇ, ਸੋ ਉਹਨਾਂ ਕੋਲ ਵੀ ਜ਼ਰੂਰੀ ਹੈ। ਬਟ ਉਹ ਬੋਰਡ ਅੱਜ ਕਰ ਸਕਦਾ, ਬਹੁਤ ਜ਼ਿਆਦਾ ਚਾਹੁੰਦੇ ਉਹ ਰਿਲੈਕਸ ਕਰ ਦੇਗਾ, ਠੀਕ ਹੈ। ਬਾਕੀ ਦੇਖਦੇ ਹਾਂ, ਬੋਰਡ ਦੇ ਉੱਤੇ ਡਿਪੈਂਡ ਵੀ ਜੀ। ਅਤੇ ਵੇਅਰ ਐਜ਼
ਜੋ ਜਰਨਲ ਕੈਟਾਗਰੀ ਹੈ ਉਹਨਾਂ ਨੂੰ ਸਿਰਫ ISO ਸਰਟੀਫਿਕੇਟ ਹੀ ਚਾਹੀਦਾ, ਉਹਦਾ ਉਹ ਕਲੀਅਰ ਕੱਟ ਰੱਖਣ, ਉਹਨਾਂ ਨੂੰ ਕੋਈ ਹੋਰ ਇਸ਼ੂ ਨਹੀਂ ਆਏਗਾ। ਬਾਕੀ ਜੋ ਇਸ਼ੂ ਆ ਰਿਹਾ ਉਹ ਕੈਟਾਗਰੀ ਨੂੰ ਹੀ ਆਣਾ। ਹੁਣ ਇੱਕ ਹੋਰ ਚੀਜ਼ ਹੁੰਦੀ ਹੈ, ਸਟੂਡੈਂਟ ਇੱਕ ਪੁੱਛਦੇ ਕਿ ਸਰ ਮੇਰਾ OBC ਸਰਟੀਫਿਕੇਟ 1 ਸਾਲ ਦਾ ਹੀ ਵੈਲਿਡ ਹੁੰਦਾ ਹੈ, ਮੈਂ ਪੁਰਾਣਾ ਨਵਾਂ ਨਹੀਂ ਬਣਵਾਇਆ। ਹੁਣ ਦੇਖੋ ਇੱਥੇ ਇੱਕ ਚੀਜ਼ ਸਮਝਣੀ ਆ, ਜਿਹੜਾ OBC ਸਰਟੀਫਿਕੇਟ ਹੁੰਦਾ ਇਹ ਅਲੱਗ ਹੈ ਤੇ BC ਸਰਟੀਫਿਕੇਟ ਅਲੱਗ ਹੁੰਦਾ। ਜੇ ਤੁਸੀਂ ਸਟੇਟ ਦਾ ਪੇਪਰ ਭਰਦੇ ਹੋ ਉੱਥੇ ਤੁਹਾਨੂੰ ਸਿਰਫ BC ਸਰਟੀਫਿਕੇਟ ਦੀ ਨੀਡ ਹੁੰਦੀ ਹੈ, OBC ਦੀ ਕੋਈ ਲੋੜ ਨਹੀਂ। OBC ਜਿਹੜਾ ਅਦਰ ਬੈਕਵਰਡ ਕਲਾਸ ਦਾ ਸਰਟੀਫਿਕੇਟ ਹੁੰਦਾ ਉਹ ਬੰਦਾ ਤਦ ਹੈ ਜੇ ਤੁਹਾਡੇ ਕੋਲ BC ਦਾ ਸਰਟੀਫਿਕੇਟ ਹੋਵੇ। ਮਤਲਬ OBC ਦਾ ਸਰਟੀਫਿਕੇਟ ਤੁਹਾਨੂੰ ਸੈਂਟਰ ਲੈਵਲ ਦੀ ਜੌਬਸ ਦੇ ਲਈ ਰਿਕੁਆਇਰਡ ਹੁੰਦਾ। ਸੋ ਸੈਂਟਰ ਲੈਵਲ ਦੀ ਜੌਬ ਜਦ ਤੁਸੀਂ ਫਿਲ ਕਰਦੇ ਹੋ ਜਾਂ ਬੈਂਕ SSC, ਉੱਥੇ OBC ਦਾ ਆਪਸ਼ਨ ਆਉਂਦਾ। ਵੇਅਰ ਐਜ਼ ਜੇ ਤੁਸੀਂ ਸਟੇਟ ਦਾ ਪੇਪਰ ਫਿਲ ਕਰਦੇ ਹੋ ਉੱਥੇ BC ਦਾ ਆਪਸ਼ਨ ਆਉਂਦਾ। ਸੋ ਪਹਿਲਾਂ ਤੁਸੀਂ BC ਬੈਕਵਰਡ ਕਲਾਸ ਦਾ ਫਾਰਮ ਬਣਾਇਆ, ਉਹ ਤੁਹਾਡਾ ਕਾਸਟ ਸਰਟੀਫਿਕੇਟ ਹੁੰਦਾ, ਠੀਕ ਹੈ ਨਾ। ਬੈਕਵਰਡ ਕਲਾਸ BC ਉਹ ਕਾਸਟ ਸਰਟੀਫਿਕੇਟ ਹੁੰਦਾ। ਵੇਅਰ ਐਜ਼ ਉਹਦੇ ਤੋਂ ਬੰਦਾ OBC, ਉਹ ਤੁਹਾਡਾ ਇਨਕਮ ਸਰਟੀਫਿਕੇਟ ਹੁੰਦਾ, ਠੀਕ ਹੈ ਨਾ। ਮਤਲਬ ਤੁਹਾਨੂੰ ਇਹ ਦੱਸਣਾ ਹੁੰਦਾ ਕਿ ਪਿਛਲੇ 1 ਸਾਲ ਦੇ ਵਿੱਚ ਤੁਹਾਡੀ ਜੋ ਇਨਕਮ ਹੈ ਪਾਰਟਿਕੂਲਰ ਰੇਂਜ ਦੇ ਵਿੱਚ ਆਉਂਦੀ ਹੈ। ਵੇਅਰ ਐਜ਼ ਕਾਸਟ ਸਰਟੀਫਿਕੇਟ 'ਚ ਇੱਦਾਂ ਨਹੀਂ ਹੁੰਦਾ, ਠੀਕ ਹੈ ਨਾ। ਉਹ ਇਨਕਮ ਸਰਟੀਫਿਕੇਟ ਨਹੀਂ ਉਹਦੇ 'ਚ ਮੰਗਿਆ ਜਾਂਦਾ। ਸੋ ਆਈ ਹੋਪ ਇਹ ਚੀਜ਼ ਤੁਸੀਂ ਸਮਝ ਚੁੱਕੇ ਹੋਵੋਗੇ। ਇੱਦਾਂ ਇਕਨੋਮਿਕਲ ਵੀਕਰ ਸੈਕਸ਼ਨ 'ਚ ਵੀ ਆਹੀ ਚੀਜ਼ ਹੁੰਦੀ ਹੈ ਕਿ ਉਹਦੇ ਵਿੱਚ ਵੀ ਇਨਕਮ ਨੂੰ ਹੀ ਦੇਖ ਕੇ ਬਣਾਇਆ ਜਾਂਦਾ ਹੈ ਉਹ ਸਰਟੀਫਿਕੇਟ। ਸੋ ਆਈ ਹੋਪ ਆ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਚੀਜ਼ਾਂ ਸਮਝ ਆਈਆਂ ਹੋਣਗੀਆਂ। ਤੇ ਇੱਕ ਪੁਆਇੰਟ ਇਹ ਆ ਕਿ ਸਟੂਡੈਂਟ ਕਹਿ ਰਹੇ ਕਿ ਬਹੁਤ ਜ਼ਿਆਦਾ ਘਬਰਾ ਰਹੇ ਕਿ ਸਰ ਸਾਡੇ 80 ਮਾਰਕਸ ਹੈ ਤੇ ਸਾਡੀ ਵਾਰੀ ਆਊਗੀ ਕਿ ਨਹੀਂ ਆਊਗੀ। ਸੋ ਇੱਥੇ ਇੱਕ ਚੀਜ਼ ਧਿਆਨ ਰੱਖਣੀ ਹੈ ਤੁਸੀਂ ਕਿ ਪਹਿਲੀ ਗੱਲ, ਇਹ ਜੋ ਪੋਸਟ ਹੈ ਨਾ ਪਟਵਾਰੀ ਦੀ, ਬਹੁਤ ਜ਼ਿਆਦਾ ਘੱਟ ਚਾਂਸਿਸ ਹੈ ਕਿ ਜਿਹੜੇ ਟੋਪਰ ਹੋਣਗੇ ਇਸ ਜੌਬ ਨੂੰ ਪ੍ਰੈਫਰ ਕਰਨਗੇ। ਵਾਈ? ਬਿਕੋਜ਼ ਉਹਨਾਂ ਦੇ ਬਾਕੀ ਸਾਰੇ ਐਗਜ਼ਾਮ ਕਲੀਅਰ ਹੋਣੇ ਹੈ ਤੇ ਉੱਧਰ ਉਹ ਜਾਣਾ ਜ਼ਿਆਦਾ ਪ੍ਰੈਫਰ ਕਰਨਗੇ। ਸੋ ਇਹ ਮੈਂ 2016 'ਚ ਵੀ ਸੀ ਜਿਨ੍ਹਾਂ ਦਾ ਪਟਵਾਰੀ ਤੇ ਸਬ ਇੰਸਪੈਕਟਰ ਸਾਰੇ ਸਬ ਇੰਸਪੈਕਟਰ ਗਏ ਸੀ। ਸਿਮਿਲਰਲੀ ਇਹ ਇੱਥੇ ਵੀ ਹੋਏਗੀ, ਜਿਨ੍ਹਾਂ ਬੱਚੇ ਪਟਵਾਰੀ ਜਿਹੜੇ ਟੌਪ ਕਰ ਰਹੇ ਹੋਣਗੇ ਬਹੁਤ ਘੱਟ ਚਾਂਸ ਆ ਕਿ ਉਹ ਪਟਵਾਰੀ ਦੀ ਪੋਸਟ 'ਤੇ ਜਾਣ। ਪਹਿਲੀ ਗੱਲ, ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਕਿ ਸੈਲਰੀ ਇੱਥੇ 5000 ਰੁਪਈਆ ਮਿਲਣਾ। ਸੋ ਜਿਨ੍ਹਾਂ ਦੀ ਏਜ ਮੰਨ ਲਓ ਕਿ 24 ਸਾਲ ਤੋਂ ਉੱਤੇ ਨੇ, 25 ਸਾਲ ਦੇ ਨੇ, ਜਾਂ ਫਿਰ ਜੋ ਫੈਮਿਲੀ ਜਿਨ੍ਹਾਂ 'ਤੇ ਡਿਪੈਂਡੈਂਟ ਹੈ, ਉਹ ਤਾਂ ਬਿਲਕੁਲ ਘੱਟ ਚਾਂਸ ਹੈ ਤੇ ਉਹਨਾਂ ਦੇ ਨੰਬਰ ਅੱਛੇ ਨੇ ਪੇਪਰਾਂ 'ਚ, ਉਹ ਤਾਂ ਇੱਧਰ ਜਾਊਗੇ ਹੀ ਨਹੀਂ। ਸੋ ਇਹ ਸਾਰੀ ਸੀਟਾਂ ਵੈਕੈਂਟ ਹੋ ਜਾਣ ਤੇ ਪਿੱਛੇ ਵਾਲਿਆਂ ਨੂੰ ਮਿਲ ਜਾਣ। ਸੋ ਘਬਰਾਉਣਾ ਨਹੀਂ ਹੈ, ਉਮੀਦ ਰੱਖੋ। ਬਹੁਤ ਜ਼ਿਆਦਾ ਚਾਂਸ ਹੈ, ਜਿਨ੍ਹਾਂ ਦੇ 70 ਤੋਂ ਉੱਪਰ ਹੈ ਉਹ ਤਾਂ ਸਾਰੇ ਹੀ ਉਮੀਦ ਰੱਖੋ, ਬਹੁਤ ਜ਼ਿਆਦਾ ਚਾਂਸ ਹੈ ਕਿ ਵਾਰੀ ਆ ਜਾਊਗੀ। ਬਾਕੀ ਵੇਟਿੰਗ ਲਿਸਟ ਵੀ ਹੋਊਗੀ ਤੇ ਉਹਦੇ 'ਚ ਤੁਹਾਨੂੰ ਪਤਾ ਲੱਗ ਜੂਗਾ ਕਿ ਕਿਉਂਕਿ ਬੜੇ ਸਾਰੇ ਬੱਚੇ ਇਹਨੂੰ ਛੱਡ ਦਿੰਦੇ ਆ। ਇਹ ਰਿਐਲਿਟੀ ਦੱਸ ਰਿਹਾ। ਸੋ ਇਸ ਲਈ ਕਹਿ ਰਹੇ ਹਾਂ ਕਿ ਆਪਣੇ ਡਾਕੂਮੈਂਟਸ ਤਿਆਰ ਰੱਖੋ, ਜੇ ਨਹੀਂ ਬਣਾਏ ਬਣਵਾ ਲਓ, ਠੀਕ ਹੈ। ਫਿਰ ਉੱਥੇ ਡਾਕੂਮੈਂਟ ਵੈਰੀਫਿਕੇਸ਼ਨ 'ਚ ਦੇਖਾਂਗੇ। ਸੋ ਆਈ ਹੋਪ ਇਹ ਵੀਡੀਓ ਥੋੜ੍ਹੀ ਰਿਲੈਕਸ ਕਰੂਗੀ ਤੁਹਾਨੂੰ। ਸੋ ਜੇ ਹਲੇ ਵੀ ਕੋਈ ਡਾਊਟ ਹੈ ਤੁਸੀਂ ਕਮੈਂਟ ਸੈਕਸ਼ਨ ਮੈਸੇਜ ਕਰੋ ਤੇ ਦੇਖਾਂਗੇ ਬਾਕੀ ਤੁਹਾਡੇ ਡਾਊਟਸ ਨੂੰ। ਸੋ ਓਕੇ ਐਵਰੀਬਡੀ, ਬਾਏ ਬਾਏ, ਗੋਡ ਬਲੈਸ ਯੂ ਆਲ।